Now move to our next colligative property, that is depression in freezing point. Remember that we know vapor pressure is inversely proportional to boiling point, but here vapor pressure is proportional to freezing point. That means freezing point is opposite to the boiling point. ਹੁਣ देखो depression in freezing point. First of all, what is freezing point? The temperature at which solid and liquid state have same vapor pressure. ਉਹ ਵਾਲਾ temperature ਜਿਹਦੇ ਤੇ ਆਪਣੇ ਕੋਲ solid ਤੇ liquid ਦਾ same vapor pressure ਹੁੰਦਾ, ਉਹਨੂੰ ਕੀ ਕਹਿੰਦੇ ਆਪਾਂ freezing point. ਜਾਂ simple ਇੱਕ definition ਆਪਣੇ ਕੋਲ, that temperature at which solid and liquid state ਕੋਐਗਜ਼ਿਸਟ। ਉਹ ਵਾਲੇ ਟੈਂਪਰੇਚਰ ਤੇ ਉਹ ਵਾਲੇ ਪੁਆਇੰਟ ਤੇ ਜਿੱਥੇ ਆ ਕੇ ਆਪਣੇ ਕੋਲ ਸੋਲਿਡ ਔਰ ਲਿਕੁਇਡ ਦੋਨੇ ਕੋਐਗਜ਼ਿਸਟ ਕਰਦੇ ਨੇ, ਉਹਨੂੰ ਕੀ ਕਹਿੰਦੇ ਆਪਾਂ ਫਰੀਜ਼ਿੰਗ ਪੁਆਇੰਟ। ਅਗਰ ਆਪਾਂ ਗ੍ਰਾਫਿਕਲੀ ਇਹਨੂੰ ਦੇਖੀਏ ਤਾਂ ਦੇਖੋ ਵੇਪਰ ਪ੍ਰੈਸ਼ਰ ਵਰਸਸ ਟੈਂਪਰੇਚਰ ਦਾ ਅਗਰ ਆਪਾਂ ਗ੍ਰਾਫ ਕਰੀਏ ਤਾਂ ਇੱਥੇ ਜਿਹੜਾ ਆਪਣੇ ਕੋਲ ਗ੍ਰਾਫ ਹੁੰਦਾ ਹੈ ਪਿਓਰ ਸੋਲਵੈਂਟ ਫਾਰਮ ਦੇ ਵਿੱਚ, ਤਾਂ ਆਪਣੇ ਕੋਲ ਗ੍ਰਾਫ ਦੀ ਜਿਹੜੀ ਕਰਵ ਬਣਦੀ ਹੈ ਇਸ ਤਰ੍ਹਾਂ ਬਣਦੀ ਹੈ, ਠੀਕ ਹੈ। ਮੀਨਜ਼ ਆਪਣੇ ਕੋਲ ਵੇਪਰ ਪ੍ਰੈਸ਼ਰ ਡਿਕਰੀਜ਼ ਹੋਈ ਜਾਏਗਾ ਤਾਂ ਆਪਣੇ ਕੋਲ ਲਿਕੁਇਡ ਕਿਹੜੀ ਫਾਰਮ ਦੇ ਵਿੱਚ ਆਉਣਾ ਸਟਾਰਟ ਹੋ ਜਾਏਗਾ, ਸੋਲਿਡ ਫਾਰਮ ਦੇ ਵਿੱਚ। ਹੁਣ ਆਹ ਵਾਲਾ ਪੁਆਇੰਟ ਹੈ ਜਿੱਥੇ ਆ ਕੇ ਆਪਣੇ ਕੋਲ ਸੋਲਿਡ, ਇੱਥੋਂ ਲੈ ਕੇ ਇੱਥੇ ਤੱਕ ਸਬਸਟੈਂਸ ਆਪਣੇ ਕੋਲ ਕੀ ਹੈ, ਸੋਲਿਡ। ਆਹ ਪੁਆਇੰਟ 'ਤੇ ਆ ਕੇ ਕੀ ਬਣਨ ਲੱਗ ਜਾਏਗਾ, ਲਿਕੁਇਡ। ਤਾਂ ਆਹ ਵਾਲੀ ਸਟੇਟ 'ਤੇ ਆ ਕੇ ਆਪਣੇ ਕੋਲ ਸੋਲਿਡ ਐਂਡ ਲਿਕੁਇਡ ਕੋਐਗਜ਼ਿਸਟ। ਇਟ ਮੀਨਜ਼ ਆਪਣੇ ਕੋਲ ਪਿਓਰ ਸੋਲਵੈਂਟ ਦਾ ਕਿਹੜਾ ਪੁਆਇੰਟ ਹੈ, ਆਹ ਵਾਲਾ ਪੁਆਇੰਟ। ਅਗਰ ਇਹਦਾ ਟੈਂਪਰੇਚਰ ਦੇਖੀਏ ਤਾਂ ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ TF ਨੋਟ ਦੇ ਨਾਲ। ਹੁਣ ਜਦੋਂ ਆਪਾਂ ਇਹਦੇ ਵਿੱਚ ਕੋਈ ਵੀ ਪਿਓਰ ਸੋਲਵੈਂਟ ਦੇ ਵਿੱਚ ਆਪਾਂ ਪਾਤਾ ਸਲਿਊਟ ਪਾਤਾ, ਠੀਕ ਹੈ, ਨੋਨ ਵੋਲਾਟਾਈਲ ਸਲਿਊਟ, ਤਾਂ ਪਤਾ ਆਪਾਂ ਨੂੰ ਵੇਪਰ ਪ੍ਰੈਸ਼ਰ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਜਦੋਂ ਵੇਪਰ ਪ੍ਰੈਸ਼ਰ ਡਿਕਰੀਜ਼ ਹੋਏਗਾ ਤਾਂ ਆਪਣੇ ਕੋਲ ਕਰਵ ਕਿਸ ਤਰ੍ਹਾਂ ਦੀ ਬਣੇਗੀ, ਬਿਲੋ ਦਾ ਪਿਓਰ ਸੋਲਵੈਂਟ। ਹੁਣ ਇਹ ਜਿਹੜੀ ਕਰਵ ਹੈ ਇਹ ਕਿੱਥੇ ਟੱਚ ਕਰ ਰਹੀ ਹੈ, ਆਪਣੇ ਕੋਲ ਆਹ ਪੁਆਇੰਟ 'ਤੇ ਟੱਚ ਕਰ ਰਹੀ ਹੈ। ਇਟ ਮੀਨਜ਼ ਜਿਹੜਾ ਸਲਿਊਸ਼ਨ ਦਾ ਆਪਣੇ ਕੋਲ ਸਟੇਟ ਹੋਏਗੀ ਜਿੱਥੇ ਆ ਕੇ ਸੋਲਿਡ ਔਰ ਲਿਕੁਇਡ ਸਟੇਟ ਕੋ ਐਗਜ਼ਿਸਟ ਕਰਨੀ, ਆਹ ਪੁਆਇੰਟ ਹੋਏਗਾ। ਤਾਂ ਇੱਥੇ ਆ ਕੇ ਟੈਂਪਰੇਚਰ ਇਹਨੂੰ ਆਪਾਂ ਕੀ ਮੰਨ ਰਹੇ ਹਾਂ, TF। ਤਾਂ ਡੈਲਟਾ TF ਕੀ ਹੋ ਗਿਆ, ਵੱਡੇ ਦੇ ਵਿੱਚੋਂ ਆਪਾਂ ਕੀ ਕਰਦੇ ਹਾਂ, ਛੋਟੇ ਨੂੰ ਮਾਈਨਸ ਕਰਦੇ ਹਾਂ। ਵੱਡਾ ਕੀ ਹੈ ਇੱਥੇ ਆਪਣੇ ਕੋਲ, ਡੈਲਟਾ TF ਮੀਨ ਚੇਂਜ ਇਨ ਫਰੀਜ਼ਿੰਗ ਪੁਆਇੰਟ, ਦੈਟ ਇਜ਼ TF ਨੋਟ ਮਾਈਨਸ TF। ਐਕਸਪੈਰੀਮੈਂਟਲੀ ਡੈਲਟਾ TF ਆਪਣੇ ਕੋਲ ਕਾਹਦੇ ਪ੍ਰਪੋਰਸ਼ਨਲ ਹੁੰਦਾ, ਮੋਲੈਰਿਟੀ। ਡੈਲਟਾ TF ਇੱਥੋਂ ਕੀ ਆ ਗਿਆ ਆਪਣੇ ਕੋਲ, ਪ੍ਰਪੋਰਸ਼ਨੈਲਿਟੀ ਹਟਾਈ ਤਾਂ ਕੀ ਆ ਗਿਆ ਆਪਣੇ ਕੋਲ, KF ਇੰਟੂ M, ਵੇਅਰ KF ਇਜ਼ ਨੋਨ ਐਜ਼ ਮੋਲਰ ਡਿਪਰੈਸ਼ਨ ਕੌਨਸਟੈਂਟ ਔਰ ਆਲਸੋ ਨੋਨ ਐਜ਼ ਕ੍ਰਾਈਓਸਕੋਪਿਕ ਕੌਨਸਟੈਂਟ। ਹੁਣ ਐਪਲੀਕੇਸ਼ਨ ਕੀ ਹੈ ਇਹ ਵਾਲੀ ਕੋਲੀਗੇਟਿਵ ਪ੍ਰੋਪਰਟੀ, ਇਟ ਇਜ਼ ਆਲਸੋ ਯੂਜ਼ ਟੂ ਕੈਲਕੂਲੇਟ ਦਾ ਮੋਲੀਕੂਲਰ ਮਾਸ ਆਫ ਦਾ ਸਲਿਊਟ। ਦੇਖੋ ਬੈਕ ਟੂ ਦਾ ਐਕਸਪ੍ਰੈਸ਼ਨ, ਡੈਲਟਾ TF ਕਾਹਦੇ ਬਰਾਬਰ ਸੀ ਆਪਣੇ ਕੋਲ, KF ਇੰਟੂ M। M ਦੀ ਵੈਲਿਊ ਆਪਾਂ ਨੂੰ ਪਤਾ ਹੈ WB ਅਪੋਨ MB ਇੰਟੂ 1000 ਅਪੋਨ WA, ਇਹ ਆਪਾਂ ਪੜ੍ਹ ਚੁੱਕੇ। ਹੁਣ ਇੱਥੋਂ MB ਦੀ ਵੈਲਿਊ ਕੈਲਕੂਲੇਟ ਕਰਾਂਗੇ, ਡੈਲਟਾ TF ਇੱਧਰ ਆ ਕੇ ਡਿਵਾਈਡ ਹੋ ਜਾਏਗਾ, MB ਉੱਧਰ ਜਾ ਕੇ ਉੱਪਰ ਚਲਾ ਜਾਏਗਾ। ਹੁਣ ਐਪਲੀਕੇਸ਼ਨ ਦੇਖੋ, फर्स्ट एप्लीकेशन है अ नॉन वॉलेटाइल सल्यूट, स्पेसिफिक है इथाइलिन ग्लाइकोल इज़ यूज टू रिड्यूस द फ्रीजिंग टैंपरेचर ऑफ वाटर, सो यूजड एज अ कूलेंट। ਹੁਣ ਦੇਖਿਆ ਆਪਣੇ ਕੋਲ ਜਿਹੜੇ ਕਾਰ ਦੇ ਰੇਡੀਏਟਰਸ ਹੁੰਦੇ ਨੇ ਜਾਂ ਵਹੀਕਲ ਦੇ ਰੇਡੀਏਟਰਸ ਹੁੰਦੇ ਨੇ, ਜਦੋਂ ਉਹਨੂੰ ਆਪਾਂ ਚੜ੍ਹਾਈ 'ਤੇ ਲੈ ਕੇ ਜਾਂਦੇ ਹਾਂ ਤਾਂ ਜਿਹੜਾ ਉਹਦੇ ਵਿੱਚ ਰੇਡੀਏਟਰਸ ਨੇ ਉਹਦੇ ਵਿੱਚੋਂ ਧੂੰਆਂ ਨਿਕਲਣ ਲੱਗ ਜਾਂਦਾ। ਕਿਉਂ ਨਿਕਲਦਾ, ਕਿਉਂਕਿ ਉਹਦਾ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੋਣ ਲੱਗ ਜਾਂਦਾ। ਉਸ ਕੰਡੀਸ਼ਨ ਨੂੰ ਨਿਊਟਰਲਾਈਜ਼ ਕਰਨ ਲਈ ਆਪਾਂ ਕੀ ਕਰਦੇ ਹਾਂ, ਵਾਟਰ ਜਿਹਦੇ ਵਿੱਚ ਇਥਾਈਲੀਨ ਗਲਾਈਕੋਲ ਪਾ ਕੇ ਯੂਜ਼ ਕਰਦੇ ਹਾਂ ਐਜ਼ ਏ ਕੂਲੈਂਟ, ਬਿਕੋਜ਼ ਜਿਹੜਾ ਆਪਣੇ ਕੋਲ ਇਥਾਈਲੀਨ ਗਲਾਈਕੋਲ ਹੈ ਉਹ ਕੀ ਕਰ ਦਿੰਦਾ ਹੈ, ਵਾਟਰ ਦਾ ਫਰੀਜ਼ਿੰਗ ਪੁਆਇੰਟ ਨੂੰ ਰਿਡਿਊਸ ਕਰ ਦਿੰਦਾ ਹੈ। ਸਿਮਿਲਰਲੀ ਸੈਕੰਡ ਐਗਜ਼ਾਮਪਲ ਹੈ ਆਪਣੇ ਕੋਲ ਇਨ ਸਨੋਫਾਲ ਏਰੀਆ, ਜਿੱਥੇ ਆਪਣੇ ਕੋਲ ਸਨੋਫਾਲ ਹੁੰਦੀ ਹੈ, ਠੀਕ ਹੈ, ਉੱਥੇ ਸਨੋ ਦੀ ਇੱਕ ਲੇਅਰ ਬਣ ਜਾਂਦੀ ਹੈ। ਤਾਂ ਉਹਨੂੰ ਮੈਲਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਮਿਕਸਚਰ ਆਫ ਸੋਡੀਅਮ ਕਲੋਰਾਈਡ ਐਂਡ ਪੋਟਾਸ਼ੀਅਮ ਕਲੋਰਾਈਡ ਵਿਚ ਇਜ਼ ਯੂਜ਼ ਟੂ ਮੈਲਟਿੰਗ ਆਫ ਆਈਸ, ਠੀਕ ਹੈ। ਹੁਣ ਇੱਥੋਂ ਕੁਐਸਚਨ ਹੈ ਦੇਖੋ, ਨੂਮੈਰੀਕਲ 45 ਗ੍ਰਾਮ ਆਫ ਇਥਾਈਲੀਨ ਗਲਾਈਕੋਲ ਇਜ਼ ਮਿਕਸਡ ਵਿਦ 600 ਗ੍ਰਾਮ ਆਫ ਵਾਟਰ। ਤਾਂ ਇੱਥੇ ਆਪਣੇ ਕੋਲ ਸਲਿਊਟ ਕਿੰਨਾ, 45 ਗ੍ਰਾਮ ਇਥਾਈਲੀਨ ਗਲਾਈਕੋਲ, ਸੋਲਵੈਂਟ ਕਿੰਨਾ ਆਪਣੇ ਕੋਲ 600 ਗ੍ਰਾਮ ਆਫ ਵਾਟਰ। ਕੈਲਕੂਲੇਟ ਕੀ ਕਰਨਾ, ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਐਂਡ ਫਰੀਜ਼ਿੰਗ ਪੁਆਇੰਟ ਆਫ ਸਲਿਊਸ਼ਨ। ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਮੀਨਜ਼ ਆਪਣੇ ਕੋਲ ਕੀ ਕਰਾਂਗੇ, ਸੋਲਵੈਂਟ ਦੇ ਵਿੱਚੋਂ ਸਲਿਊਟ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਕੀ ਕਰ ਦਾਂਗੇ, ਮਾਈਨਸ। given KF for water that is 1.86 kg per mole। ਹੁਣ ਦੇਖੋ ਡੈਲਟਾ TF ਵੀ ਨੋ ਕੀ ਹੁੰਦਾ ਆਪਣੇ ਕੋਲ, KF ਇੰਟੂ WB ਇੰਟੂ 1000 WA ਇੰਟੂ MV। ਹੇਅਰ ਆਪਣੇ ਕੋਲ ਵੇਟ ਆਫ ਸੋਲਵੈਂਟ 600 ਗ੍ਰਾਮ, WB ਵੇਟ ਆਫ ਸਲਿਊਟ 45 ਗ੍ਰਾਮ, KF ਦੀ ਵੈਲਿਊ ਆਪਾਂ ਨੂੰ ਗਿਵਨ ਹੈ, MB ਆਪਾਂ ਕੈਲਕੂਲੇਟ ਕਰ ਲਾਂਗੇ। ਇਥਾਈਲੀਨ ਗਲਾਈਕੋਲ ਦਾ ਕਿੰਨਾ ਆ ਜਾਏਗਾ, 62
ਡੈਲਟਾ ਟੀ ਐਸ ਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਾਂਗੇ, ਆਪਣੇ ਕੋਲ ਕੈਲਕੂਲੇਟ ਕਰਕੇ ਕਿੰਨਾ ਆ ਜਾਊਗਾ 2.25 ਕੈਲਵਿਨ। ਦੈਟ ਇਜ਼ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਆਪਣੇ ਕੋਲ ਕਿੰਨਾ ਆ ਗਿਆ 2.25। ਫਰੀਜ਼ਿੰਗ ਪੁਆਇੰਟ ਆਫ ਸੋਲਿਊਸ਼ਨ ਕਿੱਦਾਂ ਕੈਲਕੂਲੇਟ ਕਰਾਂਗੇ, ਇੱਥੇ ਆਪਾਂ ਦੇਖੋ ਆਪਣੇ ਕੋਲ ਪਿਓਰ ਸੋਲਵੈਂਟ, ਉਹਦੇ ਵਿੱਚ ਆਪਾਂ ਵੋਲਾਟਾਈਲ ਸੋਲਿਊਟ ਪਾਇਆ ਸੀ, ਕੀ ਬਣ ਗਿਆ ਸੀ ਆਪਣੇ ਕੋਲ ਮਿਕਸਚਰ। ਸੋਲਿਊਸ਼ਨ ਬਣ ਗਿਆ ਸੀ, ਸੋਲਿਊਸ਼ਨ ਦਾ ਟੈਂਪਰੇਚਰ ਕੀ ਹੋ ਗਿਆ ਸੀ ਡਿਕਰੀਜ਼। ਇਟ ਮੀਨਸ ਜਿੰਨਾ ਟੈਂਪਰੇਚਰ ਡਿਕਰੀਜ਼ ਹੋਇਆ ਉਹ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਏਗਾ ਫਰੀਜ਼ਿੰਗ ਟੈਂਪਰੇਚਰ ਆਫ ਸੋਲਿਊਸ਼ਨ। ਆ ਆਪਣੇ ਕੋਲ ਸੋਲਵੈਂਟ ਦਾ, ਆ ਆਪਣੇ ਕੋਲ ਡਿਪਰੈਸ਼ਨ ਆਇਆ, ਇਹਨਾਂ ਨੂੰ ਜਿਹੜਾ ਡਿਫਰੈਂਸ ਸੀ ਉਹ ਕੀ ਆ ਗਿਆ ਆਪਣੇ ਕੋਲ 270, ਦੈਟ ਇਜ਼ ਦਾ ਫਰੀਜ਼ਿੰਗ ਪੁਆਇੰਟ ਆਫ ਸੋਲਿਊਸ਼ਨ। ਦੈਟ ਮੀਨਸ ਫਰੀਜ਼ਿੰਗ ਪੁਆਇੰਟ ਆਫ ਸੋਲਵੈਂਟ ਦੈਟ ਇਜ਼ ਵਾਟਰ, ਉਹਦੇ ਵਿੱਚੋਂ ਕੀ ਮਾਈਨਸ ਕਰਨਾ ਫਰੀਜ਼ਿੰਗ ਪੁਆਇੰਟ ਆਫ ਡਿਪਰੈਸ਼ਨ। ਨੈਕਸਟ ਟੋਪਿਕ ਇਜ਼ osmosis। osmosis ਐਂਡ osmotic ਪ੍ਰੈਸ਼ਰ ਇੰਪੋਰਟੈਂਟ ਟੋਪਿਕ ਹੈ। ਦੇਖੋ ਇਹਦੇ ਵਿੱਚ ਇਹਨੂੰ ਸਮਝਣ ਤੋਂ ਪਹਿਲਾਂ ਇੱਕ ਐਗਜ਼ਾਮਪਲ ਲੈ ਰਹੇ ਹਾਂ ਆਪਾਂ। ਫੋਰ ਐਗਜ਼ਾਮਪਲ ਆਪਣੇ ਕੋਲ ਇੱਕ ਬੀਕਰ ਲਿਆ, ਬੀਕਰ ਦੇ ਵਿੱਚ ਕੋਈ ਵੀ ਆਪਾਂ ਪਿਓਰ ਸੋਲਵੈਂਟ ਵਾਟਰ ਹੀ ਯੂਜ਼ ਕਰ ਰਹੇ ਹਾਂ, ਠੀਕ ਹੈ। ਉਹਦੇ ਵਿੱਚ ਇੱਕ ਥਿਸਲ ਫਨਲ ਰੱਖੀ ਹੈ, ਜਿਹਦੇ ਆਪਾਂ ਬੇਸ 'ਤੇ ਕੀ ਯੂਜ਼ ਕਰ ਰਹੇ ਹਾਂ ਸੈਮੀ ਪਰਮੀਏਬਲ ਮੈਂਬਰੇਨ। ਜਿਹੜੀ ਆਪਣੇ ਕੋਲ ਫਨਲ ਹੈ ਉਹਦੇ ਵਿੱਚ ਕੀ ਪਿਆ ਆਪਣੇ ਕੋਲ ਸ਼ੂਗਰ ਸੋਲਿਊਸ਼ਨ। ਤਾਂ ਹੁਣ ਸੈਮੀ ਪਰਮੀਏਬਲ ਮੈਂਬਰੇਨ ਕੀ ਹੁੰਦੀ ਆ, ਉਹ ਵਾਲੀ ਮੈਂਬਰੇਨ ਵਿਚ ਅਲਾਉ ਓਨਲੀ ਸੋਲਵੈਂਟ ਪਾਰਟੀਕਲਸ, ਜਿਹੜੇ ਆਪਣੇ ਅੰਦਰੋਂ ਕੀ ਪਾਸ ਕਰਨ ਦਿੰਦੀ ਆ ਸਿਰਫ ਸੋਲਵੈਂਟ ਪਾਰਟੀਕਲਸ, ਡੂ ਨਾਟ ਪਾਸ ਥਰੂ ਦਾ ਸੋਲਿਊਟ ਪਾਰਟੀਕਲਸ, ਠੀਕ ਹੈ। ਜਿਹਦੇ ਵਿੱਚੋਂ ਸਿਰਫ ਸੋਲਵੈਂਟ ਦੇ ਪਾਰਟੀਕਲਸ ਮੂਵ ਕਰਦੇ ਨੇ, ਉਹਨੂੰ ਕੀ ਕਹਿੰਦੇ ਆਪਾਂ ਸੈਮੀ ਪਰਮੀਏਬਲ ਮੈਂਬਰੇਨ। ਹੁਣ ਦੇਖੋ ਇੱਥੇ ਸੈਮੀ ਪਰਮੀਏਬਲ ਮੈਂਬਰੇਨ ਹੈ, ਇੱਥੇ ਆਪਣੇ ਕੋਲ ਸੋਲਵੈਂਟ ਕੀ ਹੈ ਵਾਟਰ, ਇਹਦੇ ਵਿੱਚ ਕੀ ਪਿਆ ਆਪਣੇ ਕੋਲ ਸੋਲਿਊਸ਼ਨ ਕੋਈ ਵੀ ਸ਼ੂਗਰ ਸੋਲਿਊਸ਼ਨ ਲੈ ਰਹੇ ਹਾਂ, ਠੀਕ ਹੈ। ਹੁਣ ਦੇਖੋ ਆਪਣੇ ਕੋਲ ਸੋਲਵੈਂਟ ਪਾਸ ਕਰੂਗਾ ਜਦੋਂ ਇਹਦੇ ਵਿੱਚੋਂ ਸੈਮੀ ਪਰਮੇਬਲ ਮੈਂਬਰੇਨ ਦੇ ਵਿੱਚੋਂ, ਤਾਂ ਜਿਹੜਾ ਵਾਟਰ ਹੈ ਉਹ ਰਾਈਜ਼ ਅਪ ਕਰੇਗਾ, ਰਾਈਜ਼ ਅਪ ਕਰਕੇ ਇੱਕ ਪੁਆਇੰਟ 'ਤੇ ਆ ਜਾਏਗਾ। ਮੰਨ ਲਓ ਇੱਥੇ ਆ ਕੇ ਜਿਹੜਾ ਸੋਲਿਊਸ਼ਨ ਹੈ ਉਹ ਰਾਈਜ਼ ਅਪ ਹੋਣੋਂ ਹਟ ਗਿਆ, ਠੀਕ ਹੈ। ਜਦੋਂ ਰਾਈਜ਼ ਅਪ ਹੋਣੋਂ ਹਟ ਗਿਆ ਇਟ ਮੀਨਜ਼ ਉਹ ਵਾਲੀ ਕੰਡੀਸ਼ਨ ਕਿਹੜੀ ਹੋਊਗੀ ਇਕੁਲਿਬਰੀਅਮ ਕੰਡੀਸ਼ਨ। ਇਕੁਲਿਬਰੀਅਮ ਕੰਡੀਸ਼ਨ 'ਤੇ ਕੀ ਹੋਊਗਾ, ਜਿੰਨਾ ਆਪਣੇ ਕੋਲ ਸੋਲਵੈਂਟ ਇਹਦੇ ਅੰਦਰ ਜਾ ਰਿਹਾ ਉਨਾ ਹੀ ਸੋਲਿਊਸ਼ਨ ਦੇ ਵਿੱਚੋਂ ਸੋਲਵੈਂਟ ਕੀ ਹੋ ਰਿਹਾ ਬਾਹਰ ਆ ਰਿਹਾ। ਮੀਨਜ਼ ਦੇਅਰ ਵਿਲ ਬੀ ਨੋ ਮੂਵਮੈਂਟ ਆਫ ਮੋਰ ਸੋਲਵੈਂਟ, ਠੀਕ ਹੈ। ਹੁਣ ਇਹ ਜਿਹੜਾ ਪੁਆਇੰਟ ਹੈ, ਠੀਕ ਹੈ, ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ, ਬਸ ਇੰਨਾ ਕੁ ਦੇਖਣਾ। ਹੁਣ ਤੁਸੀਂ ਇੱਥੇ ਦੇਖੋ ਜਿੰਨਾ ਆਪਣੇ ਕੋਲ ਸੋਲਵੈਂਟ ਅੰਦਰ ਜਾ ਰਿਹਾ ਉਨਾ ਹੀ ਸੋਲਿਊਸ਼ਨ ਦੇ ਵਿੱਚੋਂ ਸੋਲਵੈਂਟ ਕੀ ਹੋ ਰਿਹਾ ਬਾਹਰ ਆ ਰਿਹਾ, ਠੀਕ ਹੈ। ਇਹ ਪੁਆਇੰਟ 'ਤੇ ਜਿਹੜਾ ਪ੍ਰੈਸ਼ਰ ਹੋਏਗਾ ਉਹਨੂੰ ਕੀ ਕਹਾਂਗੇ ਆਪਾਂ ਓਸਮੋਸਿਸ। ਇਹ ਪ੍ਰੋਸੈਸ ਨੂੰ ਕੀ ਕਹਿੰਦੇ ਆਪਾਂ ਓਸਮੋਸਿਸ ਪ੍ਰੋਸੈਸ। ਹੁਣ ਦੇਖੋ ਓਸਮੋਸਿਸ ਕੀ ਹੈ, ਇਨ ਵਿੱਚ ਸੋਲਵੈਂਟ ਪਾਰਟੀਕਲਸ ਫਰੋਮ ਪਿਓਰ ਸੋਲਵੈਂਟ ਟੂ ਦਾ ਸੋਲਿਊਸ਼ਨ। ਇੱਥੇ ਸੋਲਵੈਂਟ ਤੋਂ ਕਾਹਦੇ ਵਿੱਚ ਜਾ ਰਹੇ ਨੇ ਸੋਲਿਊਸ਼ਨ ਦੇ ਵਿੱਚ, ਤਾਂ ਇਹ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਓਸਮੋਸਿਸ ਪ੍ਰੋਸੈਸ। ਕਾਹਦੇ ਥਰੂ ਹੁੰਦੀ ਹੈ ਇਹ ਸੈਮੀ ਪਰਮੀਏਬਲ ਮੈਂਬਰੇਨ ਦੇ। ਜਾਂ ਇੱਕ ਡੈਫੀਨੇਸ਼ਨ ਹੋਰ ਵੀ ਹੈ, ਅਗਰ ਆਪਾਂ ਇਨ ਕੇਸ ਆਫ ਕੰਸਨਟ੍ਰੇਸ਼ਨ ਕਰੀਏ ਤਾਂ ਦੇਖੋ ਇਨ ਵਿੱਚ ਸੋਲਵੈਂਟ ਪਾਰਟੀਕਲਸ ਮੂਵ ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਹੁਣ ਇੱਥੇ ਵਾਟਰ ਦੀ ਕੰਸਨਟ੍ਰੇਸ਼ਨ ਕੀ ਹੈ ਜ਼ਿਆਦਾ, ਇੱਥੇ ਵਾਟਰ ਦੀ ਕੰਸਨਟ੍ਰੇਸ਼ਨ ਘੱਟ ਹੈ, ਤਾਂ ਆਪਣੇ ਕੋਲ ਕੀ ਹੋਊ ਦੂਜੀ ਡੈਫੀਨੇਸ਼ਨ ਇਟ ਇਜ਼ ਦ ਮੂਵਮੈਂਟ ਆਫ ਸੋਲਵੈਂਟ ਪਾਰਟੀਕਲਸ ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਦਾ ਲੋਅਰ ਕੰਸਨਟ੍ਰੇਸ਼ਨ। ਹੁਣ ਓਸਮੋਟਿਕ ਪ੍ਰੈਸ਼ਰ ਸਮਝਣ ਲਈ ਦੇਖੋ ਮੰਨ ਲਓ ਆਪਣੇ ਕੋਲ ਦੋ ਕੰਪਾਰਟਮੈਂਟਸ ਨੇ, ਇੱਕ ਦੇ ਵਿੱਚ ਕੀ ਲਿਆ ਹੋਇਆ ਆਪਾਂ ਸੋਲਵੈਂਟ, ਦੂਜੇ ਦੇ ਵਿੱਚ ਕੀ ਲਿਆ ਹੋਇਆ ਆਪਾਂ ਸੋਲਿਊਸ਼ਨ। ਉੱਪਰ ਆਪਣੇ ਕੋਲ ਕੋਈ ਵੀ ਉਹ ਲਗਾਇਆ ਹੋਇਆ ਪਿਸਟਨ, ਜਿਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ ਮੇਨਟੇਨ ਕਰ ਸਕਦੇ ਹਾਂ ਪ੍ਰੈਸ਼ਰ। ਹੁਣ ਉਸ ਤੋਂ ਬਾਅਦ ਇਹਦੇ ਵਿੱਚ ਕੀ ਆਪਣੇ ਕੋਲ ਸੈਮੀ ਪਰਮੀਏਬਲ ਮੈਂਬਰੇਨ। ਹੁਣ ਜਦੋਂ ਓਸਮੋਸਿਸ ਪ੍ਰੋਸੈਸ ਸ਼ੁਰੂ ਹੋਏਗੀ ਤਾਂ ਜਿਹੜੇ ਸੋਲਵੈਂਟ ਦੇ ਮੋਲੀਕਿਊਲਸ ਹੋਣਗੇ ਵਾਟਰ ਦੇ ਉਹ ਕਿੱਧਰ ਚਲੇ ਜਾਣਗੇ ਸੋਲਿਊਸ਼ਨ ਸਾਈਡ, ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਇੱਕ ਪੁਆਇੰਟ ਇੱਦਾਂ ਦਾ ਆਊਗਾ ਜਿੱਥੇ ਆ ਕੇ ਆਪਣੇ ਕੋਲ ਮੰਨ ਲਓ ਆ ਪੂਰਾ ਫਿਲ ਹੋ ਗਿਆ, ਠੀਕ ਹੈ। ਤਾਂ ਆਪਾਂ ਐਕਸਟਰਾ ਪ੍ਰੈਸ਼ਰ ਅਪਲਾਈ ਕਰ ਰਹੇ ਹਾਂ, ਜਿਹਨੂੰ ਕੀ ਕਹਿ ਰਹੇ ਹਾਂ ਆਪਾਂ ਪਾਈ। ਐਕਸਟਰਾ ਪ੍ਰੈਸ਼ਰ ਅਪਲਾਈ ਕਰ ਰਹੇ ਹਾਂ ਟੂ ਸਟੋਪ ਦਾ ਓਸਮੋਸਿਸ ਪ੍ਰੋਸੈਸ, ਤਾਂ ਕਿ ਇਹ ਵਾਲੀ ਪ੍ਰੋਸੈਸ ਨੂੰ ਆਪਾਂ ਰੋਕ ਸਕੀਏ ਵੀ ਹੋਰ ਵਾਟਰ ਇੱਧਰ ਨਾ ਆਵੇ। ਤਾਂ ਇਹਨੂੰ ਆਪਾਂ ਕੀ ਕਰਾਂਗੇ ਪ੍ਰੈਸ ਕਰਾਂਗੇ, ਠੀਕ ਹੈ। ਤਾਂ ਜਿਹੜਾ ਐਕਸਟਰਾ ਪ੍ਰੈਸ਼ਰ ਆਪਾਂ ਅਪਲਾਈ ਕਰ ਰਹੇ ਹਾਂ ਟੂ ਸਟੋਪ ਓਸਮੋਸਿਸ, ਦੈਟ ਪ੍ਰੈਸ਼ਰ ਇਜ਼ ਨੋਨ ਐਜ਼ ਓਸਮੋਟਿਕ ਪ੍ਰੈਸ਼ਰ। ਸੋ osmotic pressure is the excess pressure which must be supplied to the solution to prevent the passage of solvent into it through a semi permeable membrane, ਜਿਹਨੂੰ ਰਿਪਰੈਜ਼ੈਂਟ ਕਾਹਦੇ ਨਾਲ ਕਰਦੇ ਹਾਂ ਆਪਾਂ ਪਾਈ ਦੇ ਨਾਲ, ਠੀਕ ਹੈ। ਉਸ ਤੋਂ ਬਾਅਦ ਇਹ ਵਾਲਾ ਜਿਹੜਾ ਪ੍ਰੋਸੈਸ ਸੀ ਇੱਕ ਸਾਇੰਟਿਸਟ ਦੈਟ ਇਜ਼ ਵੈਂਟ ਹੋਫ ਉਹਨੇ ਅਬਜ਼ਰਵ ਕੀਤਾ ਸੀ, ਤਾਂ ਉਹਨੇ ਕੀ ਕਿਹਾ ਸੀ ਪਾਈ ਕਾਹਦੇ ਬਰਾਬਰ ਹੁੰਦਾ ਆਪਣੇ ਕੋਲ CRT, where C is concentration of solution, R is gas constant and T is temperature. If
आर एंड टी कैप्ट कॉन्सटेंट, अगर आप आर ते टी ਨੂੰ कॉन्सटेंट ਮੰਨ ਲਏ ਤਾਂ ਪਾਈ ਆਪਣੇ ਕੋਲ ਕਾਹਦੇ ਪ੍ਰੋਪੋਰਸ਼ਨਲ ਆ ਜਾਏਗਾ, ਕੌਨਸਨਟ੍ਰੇਸ਼ਨ that is C, that is number of moles, so we can say that it is also a colligative property। ਹੁਣ ਇਹਦੀ ਐਪਲੀਕੇਸ਼ਨ ਕੀ ਹੋਏਗੀ, ਸੇਮ ਹੀ ਹੈ, ਇਟ ਇਜ਼ ਯੂਜ਼ ਟੂ ਕੈਲਕੂਲੇਟ ਮੋਲੀਕੂਲਰ ਮਾਸ ਆਫ ਸੋਲਿਊਟ। ਦੇਖੋ ਪਾਈ ਇਜ਼ ਇਕੁਅਲ ਟੂ CRT, here C is number of moles, that is concentration, number of moles ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ, NB upon V, ठीक है। इन टर्म्स अगर आप इनू मोलैरिटी लेनी है तो कि बन जूगा अपने को NB upon V, नंबर ऑफ मोल्स डिवाइडेड बाय वॉल्यूम। नंबर ऑफ मोल्स की होंगे ने अपने को WB upon MB। इत्थे वैल्यू पुट करो पाई इज इक्वल टू NB की वैल्यू WB upon MB इंटू वॉल्यूम ਨੂੰ ਆਪਾਂ ਕਾਹਦੇ ਵਿੱਚ ਲੈਣੇ ਹੁੰਦੇ ਆ, ML ਦੇ ਵਿੱਚ ਜਦੋਂ ਕਨਵਰਟ ਕਰਦੇ ਹਾਂ ਤਾਂ ਇੰਟੂ 1000 ਇੰਟੂ R ਇੰਟੂ T upon V। इतों एम बी की वैल्यू किमें कैलकुलेट करांगे, एम बी उधर चला जाऊगा, पाई नीचे आके की हो जाऊगा डिवाइड। इनू कित्थे यूज करते हैं, इट इज़ यूज टू कैलकुलेट द मॉलिक्यूलर मासिस ऑफ द प्रोटीन्स, दैट इज़ मैक्रोमोलिक्यूल्स। जिहड़े वड्डे मॉलिक्यूल्स होंदे ने उन्हां दा मोलर मास कैलकुलेट करने लई क्यों यूज करते हैं आप, बिकॉज ऑस्मोटिक प्रैशर है जिहड़ा इट कैन बी कैलकुलेटेड एट रूम टैंपरेचर। सैकेंड, द वैल्यू ऑफ ऑस्मोटिक प्रैशर आर लार्जर, जिहड़ियां वैल्यूज होंदियां ने वो की होंदियां ने लार्जर, सो ईजीली मैजरेबल फॉर डाइल्यूट सोल्यूशन आल्सो। थर्ड, मोलैरिटी ऑफ सोल्यूशन कैन बी इंस्टेड ऑफ मोलैलिटी, हेयर वी कैन यूज मोलैरिटी इंस्टेड ऑफ मोलैलिटी। बायोलॉजिकल सिग्निफिकेंस इंपॉर्टेंट है, ये 1 मार्क कंसैप्चुअल क्वेश्चन आ सकता है। देखो ये पहला देखो 3 तरह के सोल्यूशन होंगे ने अपने को, आइसोटोनिक सोल्यूशन, हाइपरटोनिक सोल्यूशन एंड हाइपोटोनिक। हाइपर मीनज ज़्यादा, हाइपो मीनज घट। आइसोटोनिक सोल्यूशन मान लो अपने को 2 सोल्यूशन ने विच हैव सेम ऑस्मोटिक प्रैशर, 2 सोल्यूशन ने, पाई ए कादे बराबर होएगा अपने को पाई बी। हाइपरटोनिक दे विच की होएगा, एक सोल्यूशन का जिहड़ा अपने को ऑस्मोटिक प्रैशर है वो की होएगा ग्रेटर दैन सैकेंड, दैट इज़ पाई ए विच इज़ ग्रेटर दैन पाई बी। ये वाली कंडीशन में आप की कहने प्लाज्मोलाइसिस, इनू बाद पढ़ांगे। हाइपोटोनिक ये की होएगा लैसर ऑस्मोटिक प्रैशर, दैट मीनज पाई ए विच इज़ लैस दैन पाई बी। ये कंडीशन की कहने आप हीमोलाइसिस। हुण देखो सिग्निफिकेंस, इफ RBCs प्लेसड इन वाटर, अगर आप जिहड़े रैड ब्लड सैल्स होंदे ने उन्होंने वाटर दे विच रखते हैं तो वाटर गैट इनसाइड द सैल, तो वाटर है जिहड़ा कित्थे चला जाएगा, इनसाइड द सैल। जिहड़े सैल्स ने वो की हो जाएंगे स्वैल, ਜਦੋਂ ਸਵੈਲਿੰਗ ਹੋ ਜਾਏਗੀ ਉਹ ਵਾਲੀ ਕੰਡੀਸ਼ਨ ਨੂੰ ਆਪਾਂ ਕਿਹੜੀ ਕੰਡੀਸ਼ਨ ਕਵਾਂਗੇ, ਹੀਮੋਲਿਸਿਸ। ਕਿਹੜੀ ਕੰਡੀਸ਼ਨ ਹੋਏਗੀ, ਹੀਮੋਲਿਸਿਸ। ਹੀਮੋਲਿਸਿਸ ਕਿਹੜੇ ਕੇਸ ਦੇ ਵਿੱਚ ਹੁੰਦੀ ਹੈ, ਵੇਅਰ ऑस्मोटिक ਪ੍ਰੈਸ਼ਰ ਆਫ ਵਨ ਸੋਲਿਊਸ਼ਨ ਇਜ਼ ਲੈਸ ਦੈਨ ਅਨਦਰ। ਸੈਕਿੰਡ ਕੰਡੀਸ਼ਨ, ਇਫ ਸੇਮ RBCs ਪਲੇਸਡ ਇਨ ਸੌਲਟੀ ਵਾਟਰ, ਜਾਂ ਮੀਨ ਸੌਲਟ ਸੋਲਿਊਸ਼ਨ ਦੇ ਵਿੱਚ ਰੱਖਾਂਗੇ तो वाटर कम्स आउट फ्रॉम द सैल, वाटर है जिहड़ा सैल दे विच प्रेजेंट होगा वो सैल तो बाहर आ जाएगा, वो वाली कंडीशन दे विच आपां की कहने प्लाज्मोलाइसिस। तो उत्थे सैल्स की हो जाएंगे अपने को श्रिंक। मोस्ट इंपॉर्टेंट एप्लीकेशन है, जिन्ने भी आपां इंट्रावीनियस इंजैक्शनस दिने हैं उन्होंने आप पहला कादे नाल मिक्स करते हैं, 0.91% सोल्यूशन ऑफ NaCl, दैट इज़ सलाइन वाटर। क्यों यूज करते हैं आप 0.91 विच इज़ आइसोटोनिक विद ब्लड, क्योंकि जिहड़ा 0.91% सोल्यूशन है उसकी जिहड़ी आइसोटोनिसिटी होंदी है विच इज़ सेम टू द ब्लड RBC। नेक्स्ट टॉपिक RO, रिवर्स ऑस्मोसिस, आल्सो नोन एज डीसैलिनेशन ऑफ वाटर। इत्थे एक डेफिनेशन भी है एडिमा। एडिमा की होंदा वाटर रिटेंशन, जिहड़े परसन इनटेक करते हैं ज़्यादा साल्टी फूड तो उन्हों की जी बॉडी के विचों है वो वाटर है जिहड़ा बाहर आ जाता है, वो वाली कंडीशन के विच पेशेंट ने जिहड़े वो की हो जाते हैं वाटर रिटेंशन, वो वाली कंडीशन की कहने आप एडिमा। ठीक है, हुण देखो इंपॉर्टेंट टॉपिक रिवर्स ऑस्मोसिस, दैट इज़ डीसैलिनेशन ऑफ वाटर। हुण देखो जिहड़ा घर दे विच आपां RO यूज करते हैं वो काहदे ते वर्क करता अपने कोल, रिवर्स ऑस्मोसिस। हुण देखो अगर आप ऑस्मोसिस की गल करिए तो अपने को फ्रैश वाटर तो जोड़े सॉल्वेंट के पार्टिकल से वो किधर जा रहे थे, सोल्यूशन साइड। हुण आप इन्ना प्रैशर ज़्यादा अप्लाई कर रहे हैं कि जोड़े अपने को सॉल्टी वाटर के विच, जिद्दां एग्जांपल सी है, सी दे विच अपने को की होंदे ने नंबर ऑफ साल्ट प्रेजेंट होंदे ने वाटर के विच। ठीक है,
ਵਿਚ ਇਜ਼ ਨੋਟ ਫਿਟ ਫॉर ਡਰਿੰਕਿੰਗ। ਉਹਨੂੰ ਫਿਟ ਕਰਨ ਲਈ, ਡਰਿੰਕਿੰਗ ਫਿਟ ਕਰਨ ਲਈ ਆਪਾਂ ਕੀ ਕਰਦੇ ਹਾਂ, ਰਿਵਰਸ ਓਸਮੋਸਿਸ। ਰਿਵਰਸ ਓਸਮੋਸਿਸ ਕੀ ਹੈ, ਐਕਸਟਰਾ ਪ੍ਰੈਸ਼ਰ ਵਿਚ ਇਜ਼ ਗ੍ਰੇਟਰ ਦੈਨ ਓਸਮੋਟਿਕ ਪ੍ਰੈਸ਼ਰ। ਓਸਮੋਟਿਕ ਪ੍ਰੈਸ਼ਰ ਤੋਂ ਜ਼ਿਆਦਾ ਅਗਰ ਆਪਾਂ ਪ੍ਰੈਸ਼ਰ ਅਪਲਾਈ ਕਰਦੇ ਹਾਂ ਤਾਂ ਜਿਹੜੀ ਓਸਮੋਸਿਸ ਪ੍ਰੋਸੈਸ ਆ ਉਹ ਕੀ ਹੋ ਜਾਏਗੀ, ਰਿਵਰਸ ਹੋ ਜਾਏਗੀ। ਜਦੋਂ ਰਿਵਰਸ ਹੋ ਜਾਏਗੀ ਉਹਨੂੰ ਕੀ ਕਹਾਂਗੇ ਆਪਾਂ, ਰਿਵਰਸ ਓਸਮੋਸਿਸ। ਸੇਮ ਵੇ ਦੇ ਨਾਲ ਜਿਹੜਾ ਆਪਣੇ ਕੋਲ ਘਰ ਦੇ ਵਿੱਚ RO ਲੱਗਿਆ ਹੁੰਦਾ ਉਹ ਕਾਹਦੇ 'ਤੇ ਬੇਸਡ ਹੈ, ਆਪਣੇ ਕੋਲ ਰਿਵਰਸ ਓਸਮੋਸਿਸ। ਉਹਦੇ ਵਿੱਚ ਹੁੰਦਾ ਕੀ ਹੈ, ਦੇਖੋ ਮੰਨ ਲਓ ਆਪਣੇ ਕੋਲ ਇੰਪਿਓਰਟੀਜ਼ ਵਾਲਾ ਵਾਟਰ ਹੈ, ਜਦੋਂ ਰਿਵਰਸ ਓਸਮੋਸਿਸ ਮੀਨ ਜਦੋਂ ਆਪਾਂ ਐਕਸਟਰਾ ਪ੍ਰੈਸ਼ਰ ਅਪਲਾਈ ਕਰਾਂਗੇ ਤਾਂ ਜਿਹੜਾ ਇੰਪਿਓਰ ਵਾਟਰ ਹੈ ਉਹਦੇ ਵਿੱਚੋਂ ਪਿਓਰ ਵਾਟਰ ਹੋਏਗਾ ਉਹ ਕਿੱਧਰ ਮੂਵ ਕਰ ਜਾਏਗਾ, ਪਿਓਰ ਸੋਲਵੈਂਟ ਦੀ ਤਰਫ, ਠੀਕ ਹੈ, ਮੂਵ ਕਰ ਜਾਏਗਾ ਫਰੈਸ਼ ਵਾਟਰ। that means osmosis reverse takes place by using the pressure applied which is more than osmotic pressure. Next and last topic of the chapter that is Van 't Hoff factor। ਇਹਨੂੰ ਰਿਪਰੈਜ਼ੈਂਟ ਕਾਹਦੇ ਨਾਲ ਕਰਦੇ ਹਾਂ ਆਪਾਂ, I ਦੇ ਨਾਲ। We know colligative property, it is directly proportional to quantity of solute, number of moles of solute। ਹੁਣ ਦੇਖੋ ਮੰਨ ਲਓ ਆਪਾਂ ਐਗਜ਼ਾਮਪਲ ਲੈ ਰਹੇ ਹਾਂ, ਠੀਕ ਹੈ, ਇੱਥੇ ਵਾਟਰ ਹੈ, ਵਾਟਰ ਦੇ ਵਿੱਚ 1 ਮੋਲ NaCl ਐਡ ਕੀਤਾ, ਠੀਕ ਹੈ, ਥਿਓਰੈਟੀਕਲੀ ਆਪਾਂ ਕਿੰਨਾ ਐਡ ਕਰ ਰਹੇ ਹਾਂ, 1 ਮੋਲ। ਜਦੋਂ ਇਹਨੂੰ ਵਾਟਰ ਦੇ ਵਿੱਚ ਪਾ ਦਾਂਗੇ ਡਿਸੋਸੀਏਸ਼ਨ ਹੋ ਜਾਏਗੀ, ਡਿਸੋਸੀਏਸ਼ਨ ਹੋ ਕੇ ਕੀ ਬਣ ਜਾਏਗਾ, Na ਪੋਜ਼ੀਟਿਵ ਪਲੱਸ Cl ਨੈਗੇਟਿਵ। ਤਾਂ ਹੁਣ ਇੱਥੇ ਆਪਣੇ ਕੋਲ ਕਿੰਨੇ ਨੰਬਰ ਆਫ ਮੋਲ ਸੋਲਿਊਟ ਬਣ ਗਏ, 2 ਮੋਲਸ। ਆਪਾਂ ਐਕਸਪੈਕਟ ਕਿੰਨੇ ਕਰੇ ਸੀ ਵੀ 1 ਮੋਲ ਪਾਇਆ, ਬਣ ਕਿੰਨੇ ਗਏ, 2 ਮੋਲਸ। ਇਟ ਮੀਨਸ ਥਿਓਰੈਟੀਕਲ ਵੈਲਿਊ ਤਾਂ 1 ਮੋਲ ਸੀਗੀ, ਜਿਹੜੀ ਅਬਜ਼ਰਵਡ ਵੈਲਿਊ ਨਿਕਲੀ ਉਹ ਕਿੰਨੇ ਮੋਲਸ ਨੇ, 2 ਮੋਲਸ। ਤਾਂ ਇਹਦੇ ਨਾਲ ਜਦੋਂ ਐਸੋਸੀਏਸ਼ਨ ਜਾਂ ਡਿਸੋਸੀਏਸ਼ਨ ਦੇ ਨਾਲ ਨੰਬਰ ਆਫ ਮੋਲਸ 'ਤੇ ਫਰਕ ਪਏਗਾ ਤਾਂ ਕੋਲੀਗੇਟਿਵ ਪ੍ਰੋਪਰਟੀ 'ਤੇ ਵੀ ਫਰਕ ਪਏਗਾ, ਠੀਕ ਹੈ। ਦੇਖੋ ਵੈਨ 't Hoff ਫੈਕਟਰ ਹੈ ਜਿਹੜਾ I ਦੇ ਨਾਲ ਰਿਪਰੈਜ਼ੈਂਟ ਕਰਦੇ ਆ, ਉਹ ਕੀ ਕਹਿੰਦਾ ਆਪਣੇ ਕੋਲ, ਅਬਜ਼ਰਵਡ ਕੋਲੀਗੇਟਿਵ ਪ੍ਰੋਪਰਟੀ ਡਿਵਾਈਡਡ ਬਾਏ ਥਿਓਰੈਟੀਕਲ ਕੋਲੀਗੇਟਿਵ ਪ੍ਰੋਪਰਟੀ। ਫੋਰ ਐਗਜ਼ਾਮਪਲ ਅਗਰ ਆਪਾਂ ਡਿਸੋਸੀਏਸ਼ਨ ਲਈ ਗੱਲ ਕਰੀਏ, ਸੋਡੀਅਮ ਕਲੋਰਾਈਡ ਵਾਟਰ 'ਚ ਪਾਵਾਂਗੇ, ਕਾਹਦੇ ਵਿੱਚ ਕਨਵਰਟ ਹੋ ਜਾਏਗਾ, Na ਪੋਜ਼ੀਟਿਵ ਪਲੱਸ Cl ਨੈਗੇਟਿਵ। ਹੇਅਰ ਟਾਈਮ T, ਜਦੋਂ ਟਾਈਮ 0 ਹੈ ਆਪਣੇ ਕੋਲ ਤਾਂ ਡਿਸੋਸੀਏਸ਼ਨ ਉਦੋਂ ਤਾਂ ਸਟਾਰਟ ਨਹੀਂ ਹੋਣੀ। ਤਾਂ NaCl ਦੇ ਕਿੰਨੇ ਮੋਲ ਨੇ, 1 ਮੋਲ, ਸੋਡੀਅਮ ਦੇ 0 ਮੋਲ, ਕਲੋਰੀਨ ਦੇ 0 ਮੋਲ। ਐਟ ਟਾਈਮ T, ਠੀਕ ਹੈ, ਜਦੋਂ ਡਿਸੋਸੀਏਸ਼ਨ ਕੰਪਲੀਟ ਹੋ ਗਈ ਤਾਂ ਸੋਡੀਅਮ ਦੇ ਕਿੰਨੇ ਮੋਲ ਰਹਿ ਗਏ ਆਪਣੇ ਕੋਲ, ਸੋਡੀਅਮ ਕਲੋਰਾਈਡ ਦੇ 0, ਸੋਡੀਅਮ ਦੇ ਮੋਲ 1, ਕਲੋਰੀਨ ਦੇ ਮੋਲ 1। ਹੁਣ ਇੱਥੇ ਦੇਖੋ ਅਲਫਾ ਦੀ ਵੈਲਿਊ ਕਿਵੇਂ ਕੱਢਾਂਗੇ, ਆਪਣੇ ਕੋਲ ਜਿਹੜੀ ਅਬਜ਼ਰਵਡ ਵੈਲਿਊ ਕਿੰਨੀਆਂ ਆਈਆਂ ਨੇ, 2 ਓਵਰ ਥਿਓਰੈਟੀਕਲ ਵੈਲਿਊ ਆਪਾਂ ਕਿੰਨੀ ਲਈ ਸੀ, 1, ਕੈਲਕੂਲੇਟ ਕਰਕੇ ਕਿੰਨੀ ਆ ਜੂਗੀ ਆਪਣੇ ਕੋਲ, 2, ਠੀਕ ਹੈ। ਤਾਂ ਹੁਣ ਇੱਥੇ ਧਿਆਨ ਦਿਓ, ਦੇਖੋ ਅਲਫਾ ਦੀ ਵੈਲਿਊ ਡਿਸੋਸੀਏਸ਼ਨ ਦੇ ਵਿੱਚ ਗੱਲ ਕਰੀਏ, ਦੇਖੋ ਕੁਆਂਟਿਟੀ ਆਫ ਸੋਲਿਊਟ ਆਪਾਂ ਲਈ ਕਿੰਨੀ ਸੀ, 1, 1 ਕਿੰਨੀਆਂ ਗਈਆਂ, 2, ਤਾਂ ਕਿੰਨੀ ਇਨਕਰੀਜ਼ ਹੋ ਗਈ ਇੱਥੇ ਕੁਆਂਟਿਟੀ ਆਫ ਸੋਲਿਊਟ। ਕੁਆਂਟਿਟੀ ਆਫ ਸੋਲਿਊਟ ਅਗਰ ਆਪਣੇ ਕੋਲ ਇਨਕਰੀਜ਼ ਹੋਏਗੀ ਤਾਂ CP ਵੀ ਇਨਕਰੀਜ਼ ਹੋਏਗੀ, ਇਟ ਮੀਨਸ ਕੋਲੀਗੇਟਿਵ ਪ੍ਰੋਪਰਟੀ ਵੀ ਇਨਕਰੀਜ਼ ਹੋ ਗਈ। ਇੱਥੇ ਮੋਲੀਕੂਲਰ ਮਾਸ ਕੀ ਹੋਊਗਾ, ਡਿਕਰੀਜ਼ ਹੋਊਗਾ। ਕਿਉਂ ਡਿਕਰੀਜ਼ ਹੋਊਗਾ, ਕਿਉਂਕਿ ਇੱਕ ਵੱਡੇ ਮੋਲੀਕਿਊਲ ਤੋਂ 2 ਛੋਟੇ ਮੋਲੀਕਿਊਲ ਬਣ ਗਏ, ਠੀਕ ਹੈ। ਛੋਟੇ ਮੋਲੀਕਿਊਲ ਦਾ ਮੋਲੀਕੂਲਰ ਮਾਸ ਵੀ ਘੱਟ ਹੋਏਗਾ ਤਾਂ ਮੋਲੀਕੂਲਰ ਮਾਸ ਕੀ ਹੋ ਗਿਆ ਆਪਣੇ ਕੋਲ, ਘੱਟ। ਹੇਅਰ ਅਗਰ ਆਪ ਅਲਫਾ ਦੀ ਵੈਲਿਊ ਦੇਖੀਏ ਕਿੰਨੀ ਆ ਰਹੀ ਹੈ ਵੀ 2 ਵਿਚ ਇਜ਼ ਮੋਰ ਦੈਨ 1। ਸੇਮ ਵੇ ਦੇ ਨਾਲ ਅਗਰ ਐਸੋਸੀਏਸ਼ਨ ਦੀ ਗੱਲ ਕਰੀਏ, ਐਸੋਸੀਏਸ਼ਨ ਦੇਖੋ 2CH3COOH, ਅਗਰ ਆਪਾਂ ਇਹਨੂੰ ਬੈਂਜ਼ੀਨ ਦੇ ਵਿੱਚ ਪਾ ਦਿੰਦੇ ਹਾਂ ਤਾਂ ਕੀ ਬਣ ਜਾਏਗਾ ਆਪਣੇ ਕੋਲ, ਜਿਹੜੇ ਨੰਬਰ ਆਫ ਮੋਲਸ ਨੇ ਉਹ ਕੀ ਬਣ ਜਾਣਗੇ ਆਪਣੇ ਕੋਲ, ਨੀਚੇ ਆ ਕੇ ਪਾਰਟੀਕਲ। ਹੁਣ ਦੇਖੋ ਇੱਥੇ ਥਿਓਰੈਟੀਕਲ ਵੈਲਿਊ ਕਿੰਨੀ ਲਈ ਸੀ ਆਪਾਂ, 2 ਮੋਲਸ ਲਈ ਸੀ, ਇੱਥੇ ਕਿੰਨੇ ਮੋਲ ਰਹਿ ਗਏ, 1। ਤਾਂ ਆਪਣੇ ਕੋਲ I ਦੀ ਵੈਲਿਊ ਕੀ ਆ ਜਾਏਗੀ, ਅਬਜ਼ਰਵਡ ਕਿੰਨੇ ਹੋਏ ਨੇ, 1 ਡਿਵਾਈਡਡ ਬਾਏ ਆਪਣੇ ਕੋਲ ਥਿਓਰੈਟੀਕਲ ਕਿੰਨੇ ਨੇ, 2, ਕੈਲਕੂਲੇਟ ਕਰਕੇ ਕਿੰਨਾ ਆ ਗਿਆ, 0.5। ਤਾਂ ਐਸੋਸੀਏਸ਼ਨ ਦੇ ਵਿੱਚ ਦੇਖੋ ਕੁਆਂਟਿਟੀ ਆਫ ਸੋਲਿਊਟ ਕੀ ਹੋ ਰਹੀ ਹੈ, ਡਿਕਰੀਜ਼, ਕੋਲੀਗੇਟਿਵ ਪ੍ਰੋਪਰਟੀ ਵਿਲ ਆਲਸੋ ਵੀ ਡਿਕਰੀਜ਼ ਐਂਡ ਮੋਲਰ ਮਾਸ ਹੇਅਰ ਕੀ ਹੋਏਗਾ ਆਪਣੇ ਕੋਲ, ਇਨਕਰੀਜ਼। ਅਲਫਾ ਦੀ ਵੈਲਿਊ ਕਿੰਨੀ ਆ ਰਹੀ ਹੈ ਆਪਣੇ ਕੋਲ, I ਦੀ ਵੈਲਿਊ ਕਿੰਨੀ ਆ ਰਹੀ ਹੈ, less than 1, that is less than 1। in case there will be no dissociation, no association, ਤਾਂ I ਦੀ ਵੈਲਿਊ ਅਬਜ਼ਰਵਡ ਵੈਲਿਊ ਵੀ 1 ਹੋਏਗੀ, ਅਪੋਨ ਥਿਓਰੈਟੀਕਲ ਵੀ ਵੈਲਿਊ 1, ਕੱਟ ਕੇ ਕਿੰਨਾ ਆ ਜਾਏਗਾ ਆਪਣੇ ਕੋਲ, 1। no dissociation or association, quantity of solute will same, colligative property will same, molecular mass will be same and value of I कितनी होएगी आपके कोल 1।